दूसरा करंथियों 13 अध्याय, दूसरा करंथियों 13 अध्याय उसकी 14 आयत नूं पढ़ो। क्या लिखा है? प्रभु यीशु मसीह का अनुग्रह प्रभु यीशु मसीह का अनुग्रह और परमेश्वर का प्रेम और परमेश्वर का प्रेम और पवित्र आत्मा की सहभागिता और पवित्र आत्मा की सहभागिता और पवित्र आत्मा की सहभागिता, पवित्र आत्मा की, ठीक है, तुम सबके साथ होती रहे। तुम सबके साथ होती रहे। तुम सबके साथ पवित्र आत्मा की सहभागिता, तुम सबके साथ पवित्र आत्मा की सहभागिता, तुम सबके साथ। पंजाबी दे विच कोई है? पंजाबी च क्या लिखा है? क्या लिखा है? प्रभु यीशु मसीह दी कृपा, परमेश्वर दा प्रेम, पवित्र आत्मा दी संगति तुहाडे सबना दे नाल, तुहाडे सारियां दे नाल। हालेलुया, हालेलुया। हुण एक चीज़ देखण वाली आ, जद असीं पढ़दे हैं, तुसीं संगत समझ लिया, तुसीं सहभागिता समझ लिया, इंग्लिश दे विच कम्यूनीयन लिखिया होया। इस चीज़ नूं जद मैं बाइबल दे विच पढ़िया तां मैं क्या भी सौखे शब्दां दे विच इस नूं क्या कहा जा सकदा है। तां एक मैं बाइबल पढ़ी, ਉਹ है बाइबल दा ट्रांसलेट, द मैसेज ट्रांसलेट। द मैसेज बाइबल है, उस दे विच लिखी हुई है गल, उस नूं मैं पढ़ के दसदा। द इंटीमेट फ्रेंडशिप ऑफ द होली स्पिरिट, द इंटीमेट फ्रेंडशिप ऑफ द होली स्पिरिट। इसका मतलब क्या है? इंटीमेट फ्रेंडशिप, एक गूढ़ी दोस्ती। क्या लिखा हुआ? गूढ़ी, गूढ़ी दोस्ती पवित्र आत्मा दी तुहाडे नाल। गूढ़ी दोस्ती पवित्र आत्मा दी तुहाडे नाल, है ना? हालेलुया। गूढ़ी दोस्ती पवित्र आत्मा दी तुहाडे नाल। इस फ्रेज नूं जब मैं पूरा पढ़दा है, इस हिंदी च पढ़ो चाहे पंजाबी दे विच पढ़ो, उत्थे बहुत एक अच्छी चीज़ देखण नूं मिलदी है। ਉਹ ਇਹ ਹੈ, ਉਹ ਲਿਖਿਆ ਹੋਇਆ ਕਿ ਪਵਿੱਤਰ ਆਤਮਾ ਦੀ ਸਹਿਭਾਗਿਤਾ ਤੁਹਾਡੇ ਨਾਲ ਹੋਵੇ। ਹਾਲੇਲੂਇਆ। ਪਵਿੱਤਰ ਆਤਮਾ ਦੀ ਸਹਿਭਾਗਿਤਾ ਤੁਹਾਡੇ ਨਾਲ ਹੋਵੇ। ਹਾਲੇਲੂਇਆ। ਹੁਣ ਮੇਰਾ ਦੋਸਤ ਚਾਹੁੰਦਾ ਕਿ ਮੇਰੀ ਸੰਗਤੀ ਉਸ ਦੇ ਨਾਲ ਹੋਵੇ, ਔਰ ਮੈਂ ਚਾਹੁੰਦਾ ਕਿ ਮੇਰੇ ਦੋਸਤ ਦੀ ਮੇਰੇ ਨਾਲ ਸੰਗਤੀ ਹੋਵੇ। ਲੇਕਿਨ ਇੱਥੇ ਇੱਕ ਬਹੁਤ ਹੀ ਪ੍ਰੇਮ ਨਾਲ ਭਰੀ ਹੋਈ ਇੱਕ ਗੱਲ ਹੈ, ਉਸ ਨੂੰ ਜੇਕਰ ਅਸੀਂ ਸਮਝਦੇ ਹਾਂ, ਉੱਥੇ ਲਿਖਿਆ ਹੋਇਆ ਪਵਿੱਤਰ ਆਤਮਾ ਦੀ ਸੰਗਤੀ, ਉਸ ਦੀ ਸੰਗਤੀ ਮੇਰੇ ਨਾਲ, ਤੁਹਾਡੇ ਨਾਲ, ਸਾਰਿਆਂ ਨਾਲ ਹੋਵੇ। ਇਹ ਨਹੀਂ ਲਿਖਿਆ ਵੀ ਸਾਡੀ ਸਾਰਿਆਂ ਦੀ ਸੰਗਤੀ ਪਵਿੱਤਰ ਆਤਮਾ ਦੇ ਨਾਲ ਹੋਵੇ। ਹੁਣ ਇਸ ਚੀਜ਼ ਨੂੰ ਸ਼ਾਇਦ ਤੁਸੀਂ ਕਨਫਿਊਜ਼ ਹੋ ਗਏ ਹੋਗੇ, ਮੈਂ ਹੋਰ ਵੀ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣਾ ਚਾਹੁੰਦਾ। ਪਵਿੱਤਰ ਆਤਮਾ ਦੇ ਨਾਲ ਤੁਸੀਂ ਬੈਠਣਾ ਚਾਹੁੰਦੇ ਆ, ਹਨਾ? ਤੁਸੀਂ ਕੀ ਚਾਹੁੰਦੇ ਆ? ਤੁਸੀਂ ਸਭ ਚਾਹੁੰਦੇ ਆ ਕਿ ਤੁਸੀਂ ਪਵਿੱਤਰ ਆਤਮਾ ਦੇ ਨਾਲ ਬੈਠੋ, ਪਵਿੱਤਰ ਆਤਮਾ ਦੇ ਨਾਲ ਵਾਸ ਕਰੋ। ਕੌਣ ਕੌਣ ਚਾਹੁੰਦਾ ਹੈ ਪਵਿੱਤਰ ਆਤਮਾ ਦੇ ਨਾਲ ਵਾਸ ਕਰਨਾ? ਕੌਣ ਕੌਣ ਚਾਹੁੰਦਾ ਪਵਿੱਤਰ ਆਤਮਾ ਦੇ ਨਾਲ ਰਹਿਣਾ? ਹਾਲੇਲੂਇਆ। ਸਭ ਚਾਹੁੰਦੇ। ਇਸ ਵਚਨ ਦੇ ਆਧਾਰ ਦੇ ਉੱਤੇ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ, ਤੁਸੀਂ ਕੀ ਚਾਹੁੰਦੇ ਹੈ? ਪਵਿੱਤਰ ਆਤਮਾ ਤੁਹਾਡੇ ਨਾਲੋਂ ਪਹਿਲਾਂ ਚਾਹੁੰਦਾ ਹੈ ਕਿ ਉਹ ਤੁਹਾਡੇ ਨਾਲ ਵਾਸ ਕਰੇ। ਤੁਹਾਡੇ ਨਾਲੋਂ ਵੀ ਪਹਿਲਾਂ ਪਵਿੱਤਰ ਆਤਮਾ, ਪੂਰੀ ਲਾਈਨ ਨੂੰ ਜੇਕਰ ਪੜੋਗੇ ਤਾਂ ਧਿਆਨ ਕਰੋਗੇ ਤਾਂ ਸਮਝ ਆਏਗਾ ਕਿ ਉੱਥੇ ਕੀ ਲਿਖਿਆ ਹੋਇਆ ਵਾ। ਉੱਥੇ ਲਿਖਿਆ ਹੋਇਆ ਪਵਿੱਤਰ ਆਤਮਾ ਦੀ ਸੰਗਤੀ। ਉੱਥੇ ਨਹੀਂ ਲਿਖਿਆ ਪਵਿੱਤਰ ਆਤਮਾ ਨਾਲ ਸੰਗਤੀ ਹੁੰਦੀ ਰਹੇ। ਪਵਿੱਤਰ ਆਤਮਾ ਦੇ ਉੱਥੇ ਕੀ ਲਿਖਿਆ ਹੋਇਆ? ਉੱਥੇ ਪਵਿੱਤਰ ਆਤਮਾ ਦੀ ਸੰਗਤੀ, ਆਫ, ਨੋਟ ਵਿਦ। ਪਵਿੱਤਰ ਆਤਮਾ ਨਾਲ ਸੰਗਤੀ ਹੁੰਦੀ ਰਹੇ, ਇਹ ਨਹੀਂ ਪਵਿੱਤਰ ਆਤਮਾ ਦੀ ਸੰਗਤੀ ਹੁੰਦੀ ਰਹੇ। ਇਸ ਚੀਜ਼ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਅੱਜ ਅਸੀਂ ਸੋਚਦੇ ਹਾਂ ਮੈਂ ਪਵਿੱਤਰ ਆਤਮਾ ਦੇ ਨਾਲ ਬੈਠਣਾ ਚਾਹੁੰਦਾ। ਉਹ ਭਾਈ, ਪਵਿੱਤਰ ਆਤਮਾ ਤੇਰੇ ਨਾਲੋਂ ਜ਼ਿਆਦਾ ਉਤਸ਼ਾਹਿਤ ਹੈ ਤੇਰੇ ਨਾਲ ਬੈਠਣਾ। ਉਹ ਤੇਰੇ ਨਾਲੋਂ ਪਹਿਲਾਂ ਤਿਆਰ ਹੈ, ਉਹ ਤੇਰੇ ਨਾਲੋਂ ਜ਼ਿਆਦਾ ਤੇਰੇ ਨਾਲ ਬੈਠਣਾ ਚਾਹੁੰਦਾ ਹੈ। ਹਾਲੇਲੂਇਆ।
ਸਮਝੇ ਮੇਰੀ ਗੱਲ? ਮੇਰਾ ਦੋਸਤ ਚਾਹੁੰਦਾ ਹੈ ਕਿ ਉਹ ਮੇਰੀ ਸੰਗਤੀ ਦੇ ਵਿੱਚ ਰਹੇ, ਮੈਂ ਚਾਹੁੰਦਾ ਕਿ ਮੇਰੀ ਸੰਗਤੀ ਦੇ ਵਿੱਚ ਰਹੇ। ਸਾਡਾ ਦੋਹਾਂ ਦਾ ਇੱਕ ਲੈਵਲ ਸਮਾਨ, ਇੱਕ ਸਮਾਨ ਹੋ ਸਕਦਾ ਹੈ, ਕਿਉਂਕਿ ਮੈਂ ਵੀ ਚਾਹੁੰਦਾ, ਉਹ ਵੀ ਚਾਹੁੰਦਾ। ਲੇਕਿਨ ਪਵਿੱਤਰ ਆਤਮਾ ਦੇ ਨਾਲ ਇਹ ਰਿਲੇਸ਼ਨ ਨਹੀਂ ਹੈ। ਪਵਿੱਤਰ ਆਤਮਾ ਸਾਡੇ ਨਾਲੋਂ ਵੱਧ ਕੇ ਚਾਹੁੰਦਾ ਹੈ ਕਿ ਉਹ ਸਾਡੇ ਨਾਲ ਰਹੇ, ਕਿਉਂਕਿ ਉਸ ਨੂੰ ਉੱਪਰ ਤੋਂ ਆਗਿਆ ਮਿਲੀ ਹੋਈ ਹੈ। ਉਸ ਨੂੰ ਉੱਪਰ ਤੋਂ ਕਿਆ ਮਿਲੀ ਹੋਈ ਹੈ? ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਜਦ ਤੱਕ ਨਹੀਂ ਜਾਂਦਾ ਤਾਂ ਤੁਹਾਡੇ ਵਾਸਤੇ ਸਹਾਇਕ ਨਹੀਂ ਆਏਗਾ। ਮੈਂ ਜਾਊਂਗਾ, ਤੁਹਾਡੇ ਲਈ ਇੱਕ ਸਹਾਇਕ ਭੇਜੂੰਗਾ ਜੋ ਤੁਹਾਡੇ ਨਾਲ ਰਹੇਗਾ। ਹਾਲੇਲੂਇਆ। ਮੈਂ ਜਦ ਭਜਨ ਗਾ ਰਹੇ ਸੀਗੇ ਕਿ ਉਹ ਕਿਆ ਹੈ, ਨਾਲ ਸ਼ਾਫੀ ਦੇ ਨਾਲ ਚੱਲਣਾ, ਹੈ ਨਾ। ਹਨੋਕ ਆਪਣੇ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ, ਉਠਾ ਲਿਆ ਗਿਆ। ਇੰਨਾ ਪ੍ਰੇਮ ਹੋ ਗਿਆ ਪਰਮੇਸ਼ਰ ਦੇ ਨਾਲ। ਹਾਲੇਲੂਇਆ। ਅਬਰਾਹਮ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ, ਉਸ ਦੀਆਂ ਬਰਕਤਾਂ ਉਸ ਨੂੰ ਸੰਸਾਰ ਦਾ ਪੂਰੇ ਦਾ ਮੂਲ ਪਿਤਾ ਕਿਹਾ ਗਿਆ। ਹਾਲੇਲੂਇਆ। ਹਾਲੇਲੂਇਆ। ਬੜੀ ਜਾਤੀ ਦਾ ਇੱਕ ਪਿਤਾ, ਮੂਲ ਪਿਤਾ ਕਿਹਾ ਗਿਆ। ਹਾਲੇਲੂਇਆ। ਨੂਹ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ, ਪੂਰੀ ਧਰਤੀ ਪਰ ਨੂਹ ਔਰ ਨੂਹ ਦਾ ਪਰਿਵਾਰ ਹੀ ਬਚਿਆ। ਬਸ ਸਾਰੇ ਤਬਾਹ ਹੋ ਗਏ ਉਸ ਦੇ ਨਾਲ ਚੱਲਣ ਦੀ। ਹਾਲੇਲੂਇਆ। ਉਸ ਦੇ ਨਾਲ ਚੱਲਣ ਦੀ। ਏਲੀਆ ਪਰਮੇਸ਼ਰ ਦੇ ਨਾਲ ਚੱਲਿਆ, ਅਲੀਸ਼ਾ ਪਰਮੇਸ਼ਰ ਦੇ ਨਾਲ ਚੱਲਿਆ। ਔਰ ਉਸ ਤੋਂ ਬਾਅਦ ਯਸ਼ਾਇਆ, ਯਰਮੀਆ ਦੇ ਬਾਰੇ ਲਿਖਿਆ ਹੋਇਆ, ਉਹਨਾਂ ਨੇ ਕੋਈ ਪਰਵਾਹ ਨਹੀਂ ਕਰੀ ਕਿ ਲੋਕ ਕਿਆ ਕਹਿੰਦੇ ਆ। ਯਰਮੀਆ ਨੂੰ ਇੰਨਾ ਮਾਰਿਆ ਗਿਆ, ਕੁੱਟਿਆ ਗਿਆ, ਉਸ ਨੂੰ ਦੇਸ਼ ਨਕਾਲਾ ਵੀ ਦੇਤਾ, ਉਸ ਨੂੰ ਬਾਹਰ ਵੀ ਕੱਢਤਾ, ਲੇਕਿਨ ਪਰਮੇਸ਼ਰ ਦੇ ਨਾਲ ਰਹਿਣਾ, ਉਸ ਦੇ ਨਾਲ ਚੱਲਣਾ ਨਹੀਂ ਛੱਡਿਆ। ਹਾਲੇਲੂਇਆ। ਅੱਜ ਜੋ ਮੈਂ ਪ੍ਰਚਾਰ ਹੈ ਉਸ ਨੂੰ, ਇਸੀ ਨੂੰ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਕਿ ਇੰਟੀਮੇਟ ਫਰੈਂਡਸ਼ਿਪ, ਇੱਕ ਗੂੜੀ ਦੋਸਤੀ ਪਵਿੱਤਰ ਆਤਮਾ ਦੇ ਨਾਲ। ਇੱਕ ਗੂੜੀ ਦੋਸਤੀ ਪਵਿੱਤਰ ਆਤਮਾ ਦੇ ਨਾਲ। ਮੇਰੇ ਨਾਲ ਬੋਲੋ, ਇੱਕ ਗੂੜੀ ਦੋਸਤੀ ਪਵਿੱਤਰ ਆਤਮਾ ਦੇ ਨਾਲ। ਇੱਕ ਗੂੜੀ ਦੋਸਤੀ, ਗੂੜੀ ਦੋਸਤੀ ਬੋਲੋ ਪਹਿਲਾਂ। ਇੱਕ ਗੂੜੀ ਦੋਸਤੀ ਪਵਿੱਤਰ ਆਤਮਾ ਦੇ ਨਾਲ। ਹਾਲੇਲੂਇਆ। ਹੁਣ ਸਮਝੇ, ਇੱਕ ਪ੍ਰੇਮ ਦੀ ਜੋ ਕਨੈਕਟੀਵਿਟੀ ਹੈ ਪਵਿੱਤਰ ਆਤਮਾ ਦੇ ਨਾਲ ਪੂਰੀ ਹੈ। ਇੱਕ ਦੋਸਤੀ ਦੀ ਜੋ ਕਨੈਕਸ਼ਨ ਹੈ ਉਹ ਪਵਿੱਤਰ ਆਤਮਾ ਦੇ ਨਾਲ ਪੂਰਾ ਹੈ। ਇੱਕ ਸਾਡੀ ਸੰਗਤੀ ਦਾ ਜੋ ਕਨੈਕਸ਼ਨ ਹੈ ਉਹ ਪਵਿੱਤਰ ਆਤਮਾ ਦੇ ਨਾਲ ਪੂਰਾ ਹੈ। ਜੇਕਰ ਸਾਡੀ ਸੰਗਤੀ, ਸਾਡਾ ਪ੍ਰੇਮ, ਸਾਡੀ ਦੋਸਤੀ ਦੇ ਵਿੱਚ ਪਵਿੱਤਰ ਆਤਮਾ ਨਹੀਂ ਹੈ ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਮੈਂ ਸੰਗਤੀ ਕਰਦਾ ਹਾਂ? ਸਾਡੀ ਸੰਗਤੀ ਫੋਕੀ ਨਹੀਂ ਹੋ ਜਾਂਦੀ। ਹਾਲੇਲੂਇਆ। ਹਾਲੇਲੂਇਆ। ਸਮਝੋ ਇਸ ਗੱਲ ਨੂੰ। ਮੈਂ ਪੜੂੰਗਾ ਫਿਲਿੱਪੀਓ 2 ਅਧਿਆਏ ਉਸ ਦੀ 1 ਔਰ 2 ਆਇਤ ਨੂੰ ਮੈਂ ਪੜ੍ਹਨਾ ਚਾਹੂੰਗਾ ਤੁਹਾਡੇ ਸਾਹਮਣੇ। ਫਿਲਿੱਪੀਓ 2 ਅਧਿਆਏ ਉਸ ਦੀ 1 और 2 आयत मैं पढ़ूंगा। अतः यदि मसीह में कुछ शांति और प्रेम से ढांढस और आत्मा की सहभागिता, आत्मा दी, और कुछ करुणा और दया है, तो मेरा ये आनंद पूरा करो कि एक मन रहो। प्रभु यीशु मसीह क्या कहता? एक मन रहो, एक ही प्रेम, एक ही चित्त और एक ही मनसा रखो। एक ही प्रेम, एक ही चित्त और एक ही मनसा रखो। हालेलुया। ਇੱਕ ਤਰੀਕੇ ਦੇ ਨਾਲ ਚੱਲਣਾ ਪੈਣਾ, ਵਨਨੈਸ ਦੇ ਵਿੱਚ ਚੱਲਣਾ ਪੈਣਾ, ਇੱਕ ਹੋ ਕੇ ਚੱਲਣਾ ਪੈਣਾ। ਹਾਲੇਲੂਇਆ। ਹਾਲੇਲੂਇਆ। ਇੱਕ ਹੋਣੇ ਦੇ ਵਿੱਚ ਪਤਾ ਕਿੰਨੀ ਪਾਵਰ ਹੈ? ਸਾਰਿਆਂ ਦੇ ਇੱਕ ਹੋਣੇ ਦੇ ਵਿੱਚ ਪਤਾ ਕਿੰਨੀ ਪਾਵਰ ਹੈ? ਪਤਾ ਸਾਨੂੰ? ਸਭ ਤੋਂ ਜ਼ੋਰ ਨਾਲ ਹਾਲੇਲੂਇਆ ਕੌਣ ਬੋਲ ਸਕਦਾ? ਮੈਨੂੰ ਦੱਸਿਓ ਕੋਈ। ਬੋਲ ਸਕਦੇ ਆ? ਬੋਲੋ ਜੀ। ਇੱਕ ਮਿੰਟ, ਤੁਸੀਂ ਨਹੀਂ, ਭਾਈ ਰਾਹੁਲ ਕਹਿ ਰਹੇ ਆ। ਬੋਲੋ ਜੀ ਭਾਈ ਰਾਹੁਲ, ਬੋਲੋ ਬੋਲੋ ਬੋਲੋ। ਜਿੰਨੀ ਜ਼ੋਰ ਨਾਲ ਹੋ ਸਕਦਾ ਹਾਲੇਲੂਇਆ ਬੋਲੋ। ਓਕੇ, ਬਹੁਤ ਜ਼ੋਰ ਲਾ ਕੇ ਉਹਨਾਂ ਨੇ ਹਾਲੇਲੂਇਆ ਬੋਲਿਆ। ਠੀਕ ਹੈ, ਹੁਣ ਇੱਕ ਮਨ ਹੋ ਕੇ ਸਾਰੇ ਹਾਲੇਲੂਇਆ ਬੋਲੂਗੇ ਔਰ ਜ਼ੋਰ ਲਗਾ ਕੇ ਬੋਲੂਗੇ। ਠੀਕ ਹੈ, ਠੀਕ ਹੈ, ਠੀਕ ਹੈ। ਓਕੇ, 1 2 3। ਕੁਝ ਸਮਝ ਆਇਆ ਤੁਹਾਨੂੰ? ਕੁਝ ਸਮਝ ਆਇਆ ਤੁਹਾਨੂੰ? ਕੰਨਾਂ 'ਚ ਕੁਝ ਗਿਆ ਅੰਦਰ? ਕੁਛ ਆਇਆ ਗਿਆ ਅੰਦਰ? ਕੁਛ ਹੋਇਆ? ਕੁਛ? ਇਹ ਹੈ ਏਕਤਾ। ਇਹ ਹੈ ਏਕਤਾ ਪਵਿੱਤਰ ਆਤਮਾ ਦੇ ਵਿੱਚ। ਹਾਲੇਲੂਇਆ। ਜਦ ਯਹੋਸ਼ੂ ਇਜ਼ਰਾਈਲੀਆਂ ਦੇ ਨਾਲ ਚੱਲਦਾ ਰਿਹਾ, ਯਹੋਸ਼ੂ ਕਿਸ ਦਾ ਚੇਲਾ ਹੈ? ਮੂਸਾ ਦਾ। ਯਹੋਸ਼ੂ ਮਰ ਗਿਆ
ਔਰ ਉਸ ਤੋਂ ਬਾਅਦ ਇਜ਼ਰਾਈਲੀ ਇਕੱਲੇ ਪੈ ਗਏ, ਲੇਕਿਨ ਉਹਨਾਂ ਦੇ ਨਾਲ ਹਲੇ ਵੀ ਕਾਲੇਬ ਹੈਗਾ ਹੈ, ਲੇਕਿਨ ਉਹ ਇਕੱਲੇ ਪੈ ਗਏ। ਤਾਂ ਨਿਆਇਓ ਦੀ ਕਿਤਾਬ 1 ਅਧਿਆਇ ਉਸ ਦੀ 1 ਵਚਨ ਨੂੰ ਪੜ੍ਹ ਕੇ ਦੇਖੋਗੇ ਤਾਂ ਉੱਥੇ ਲਿਖਿਆ ਹੋਇਆ ਯਹੋਸ਼ੂ ਮਰ ਗਿਆ ਤਬ ਇਜ਼ਰਾਈਲੀਓ ਨੇ ਯਹੋਵਾ यानी कि परमेश्वर ਦੀ ਦੁਹਾਈ ਦਈ ਔਰ ਪਰਮੇਸ਼ਵਰ ਨੂੰ ਪੁੱਛਿਆ ਕਿ ਸਾਡੇ ਵੱਲ ਤੋਂ ਪਹਿਲਾਂ ਕੌਣ ਲੜੇਗਾ। ਸਾਡੇ ਵੱਲ ਤੋਂ ਪਹਿਲਾਂ ਇੱਕ ਮਨ ਹੋ ਕੇ ਪੁੱਛਿਆ। ਫਿਰ ਉਸ ਤੋਂ ਬਾਅਦ ਜਦ ਮੈਂ ਪੜ੍ਹ ਰਿਹਾ ਸੀਗਾ ਬਾਈਬਲ ਨੂੰ, ਜਦ ਨਿਆਈਆਂ ਦੀ ਕਿਤਾਬ ਨੂੰ ਸਾਰੀ ਨੂੰ ਪੜ੍ਹ ਰਿਹਾ ਸੀਗਾ, ਉਸ ਤੋਂ ਬਾਅਦ ਸਾਰੇ ਜਿਹੜੇ ਗੋਤਰ ਸੀਗੇ ਖਿੰਡਣੇ ਸ਼ੁਰੂ ਹੋ ਗਏ। ਕੋਈ ਉੱਥੇ ਜਾ ਕੇ ਵਸ ਗਿਆ, ਕੋਈ ਉੱਥੇ ਜਾ ਕੇ ਵਸ ਗਿਆ। ਫਿਰ ਉਸ ਤੋਂ ਬਾਅਦ ਉਹ ਦਿਹਾਈ ਦਿੰਦੇ ਸੀਗੇ, ਲੇਕਿਨ ਇੱਕ ਨਹੀਂ ਹੈ। ਹੁਣ ਸਿਰਫ 1 ਜਾਂ 2 ਗੋਤਰ ਰਹਿ ਗਏ। ਉਹਨਾਂ ਦੀ ਦੁਹਾਈ ਦੇ ਵਿੱਚ, ਉਹਨਾਂ ਦੀ ਪ੍ਰਾਰਥਨਾ ਦੇ ਵਿੱਚ ਹੁਣ ਏਕਤਾ ਨਹੀਂ ਰਹੀ। ਹੁਣ 1 ਹੀ ਜਾਂ 2 ਹੀ ਜਾਂ 3 ਹੀ ਜਨ ਰਹਿ ਗਏ। ਕਿੱਥੇ 12 ਦੇ 12 ਗੋਤਰ ਜਦ ਖੜੇ ਹੁੰਦੇ ਸੀਗੇ ਔਰ ਉਹ ਬੋਲਦੇ ਸੀਗੇ, ਯਹੋਵਾ ਦੀ ਦੁਹਾਈ ਦਿੰਦੇ ਸੀਗੇ। ਔਰ ਪਰਮੇਸ਼ਰ ਨੇ ਉਸ ਸਮੇਂ ਕਿਹਾ ਯਹੂਦਾ ਚੜਾਈ ਕਰੇਗਾ। ਪਰਮੇਸ਼ਰ ਨੇ ਕਿਹਾ ਯਹੂਦਾ ਚੜਾਈ ਕਰੇਗਾ। ਲੇਕਿਨ ਉਸ ਤੋਂ ਬਾਅਦ ਖਿੰਡ ਗਏ, ਪਾਪਾਂ ਦੇ ਵਿੱਚ ਫਸ ਗਏ। ਹਰ ਵਾਰ ਨਿਆਈਓ ਨੂੰ ਆ ਕੇ, ਹਰ ਇੱਕ ਨਿਆਈ ਨੂੰ ਆ ਕੇ ਉਹਨਾਂ ਦਾ ਫੈਸਲਾ ਕਰਨਾ ਪੈਂਦਾ, ਉਹਨਾਂ ਨੂੰ ਛਡਾਉਣਾ ਪੈਂਦਾ ਦੂਸਰੇ ਰਾਜਿਆਂ ਤੋਂ, ਉਹਨਾਂ ਦਾ ਨਿਆਂ ਕਰਨਾ ਪੈਂਦਾ। ਲੇਕਿਨ ਜਦ ਤੱਕ ਉਹ ਇਕਜੁੱਟ ਦੇ ਵਿੱਚ ਰਹੇ, ਸਿਰਫ ਯਹੂਦਾ ਗਿਆ ਚੜਨ ਵਾਸਤੇ, ਯਹੂਦਾ ਗਿਆ ਲੜਨ ਵਾਸਤੇ, ਔਰ ਉਹ ਜਿੱਤ ਕੇ ਆ ਗਿਆ। ਆਮੀਨ ਆਮੀਨ। ਪਵਿੱਤਰ ਆਤਮਾ ਦੀ ਇਹ ਹੈ ਸਾਮਰਥ। ਜਦ ਪਵਿੱਤਰ ਆਤਮਾ ਦੀ ਸਹਿਭਾਗੀਤਾ ਸਾਡੇ ਅੰਦਰ ਹੁੰਦੀ ਹੈ ਤਾਂ ਅਸੀਂ ਇੱਕ ਹੁੰਦੇ ਹਾਂ। ਜਦ ਪਵਿੱਤਰ ਆਤਮਾ ਦੀ ਸਹਿਭਾਗੀਤਾ ਸਾਡੇ ਅੰਦਰ ਹੁੰਦੀ ਹੈ, ਹੁਣ ਮੇਰੇ ਅੰਦਰ ਪਵਿੱਤਰ ਆਤਮਾ ਦੀ ਸਹਿਭਾਗੀਤਾ ਅਗਰ ਨਹੀਂ ਹੈ ਔਰ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਸਹਿਭਾਗੀਤਾ ਹੈ, ਤੁਸੀਂ ਮੈਨੂੰ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਮੈਂ ਨਹੀਂ ਹਿੱਲੂੰਗਾ। ਕਰ ਲਓ ਜੋ ਵੀ ਕਰਨਾ ਕਰ ਲਓ, ਮੈਂ ਨਹੀਂ ਹਿੱਲੂੰਗਾ। ਮੈਂ ਕੁਝ ਵੀ ਨਹੀਂ ਕਰਨਾ। ਮੈਂ ਖੜੇ ਹੋ ਕੇ ਆਰਾਧਨਾ ਵੀ ਨਹੀਂ ਕਰਨੀ। ਮੈਂ ਭਜਨ ਵੀ ਨਹੀਂ ਗਾਉਣਾ। ਮੈਂ ਬਹੁਤ ਸਾਰੇ ਦੇਖਦਾ ਜਿਨ੍ਹਾਂ ਨੂੰ ਹਲੇ ਵੀ ਹਿਲਾਉਣਾ ਔਖਾ ਹੈ। ਮੈਂ ਹਿਲਾਉਣ ਦੀ ਗੱਲ ਨਹੀਂ ਕਰ ਰਿਹਾ। ਮੈਂ ਕੋਈ ਇੱਥੇ ਕੋਈ ਇਸ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਦਿਖਾਣਾ ਚਾਹੁੰਦਾ ਕਿ ਤੁਸੀਂ ਹਿੱਲੋ, ਸਾਨੂੰ ਕੁਝ ਹੋ ਜੇ। ਹਿੱਲਣੇ ਦਾ ਮਤਲਬ ਇਹ ਹੈ when the Holy Spirit moves, ਜਦ ਪਵਿੱਤਰ ਆਤਮਾ ਖੁਦ ਮੂਵ ਕਰਦਾ ਹੈ, ਮੂਵਮੈਂਟ ਕਰਦਾ ਹੈ। ਜਦ ਪਵਿੱਤਰ ਆਤਮਾ, ਮੇਰੀ ਗੱਲ ਧਿਆਨ ਦੇ ਨਾਲ ਸੁਣ ਰਹੇ ਹੋ ਤੁਸੀਂ ਸਾਰੇ? ਹਾਲੇਲੂਇਆ। ਜਦ ਪਵਿੱਤਰ ਆਤਮਾ ਮੂਵਮੈਂਟ ਕਰਦਾ ਹੈ, ਜਿੱਥੇ ਜਿੱਥੇ ਪਵਿੱਤਰ ਆਤਮਾ ਨੇ ਮੂਵਮੈਂਟ ਕਰੀ ਹੈ, ਉੱਥੇ ਉੱਥੇ ਅਸੀਂ ਪੜ੍ਹ ਕੇ ਦੇਖ ਸਕਦੇ ਹਾਂ ਉੱਥੇ ਕਿਆ ਹੋਇਆ। ਹਾਲੇਲੂਇਆ ਹਾਲੇਲੂਇਆ। ਜਿੱਥੇ ਜਿੱਥੇ ਪਵਿੱਤਰ ਆਤਮਾ ਦੀ ਮੂਵਮੈਂਟ ਹੋਈ ਆ, ਜਿੱਥੇ ਜਿੱਥੇ ਪਵਿੱਤਰ ਆਤਮਾ ਦੀ। ਚਲੋ ਅਸੀਂ ਉਤਪਤੀ ਤੋਂ ਹੀ ਸ਼ੁਰੂ ਕਰੀਏ। ਉਤਪਤੀ ਦੇ ਵਿੱਚ ਪਵਿੱਤਰ ਆਤਮਾ ਦੀ ਮੂਵਮੈਂਟ ਹੋਈ। ਕਿੱਥੇ ਹੋਈ ਪਵਿੱਤਰ ਆਤਮਾ ਦੀ ਮੂਵਮੈਂਟ? ਉਤਪਤੀ ਦੇ ਵਿੱਚ ਹੈ। ਕਿਆ ਹੋਇਆ? ਆਦਮ ਦੇ ਨਥਨਾ ਦੇ ਵਿੱਚ ਪਰਮੇਸ਼ਵਰ ਨੇ ਆਪਣਾ ਸਵਾਸ ਫੂਕਿਆ। ਪਰਮੇਸ਼ਵਰ ਨੇ ਕਿਆ ਕਰਿਆ? ਆਪਣਾ ਇਨ ਦਾ ਫਾਰਮ ਆਫ ਸਪਿਰਿਟ। ਉਹ ਸਪਿਰਿਟ ਦੇ ਉਹਦੇ ਵਿੱਚ ਸਮਾਨਤਾ ਦੇ ਵਿੱਚ ਉਸਨੇ ਆਪਣਾ ਸਵਾਸ ਫੂਕਿਆ ਔਰ ਆਦਮ ਜਿਉਂਦੀ ਜਾਨ ਹੋ ਗਿਆ। ਹਾਲੇਲੂਇਆ। ਫਿਰ ਹਨੋਕ ਦੇ ਨਾਲ ਪਰਮੇਸ਼ਰ ਜਦ ਚੱਲਦਾ ਹੈ, ਹਨੋਕ ਐਸੀ ਆਤਮਾ ਦੇ ਵਿੱਚ ਚੱਲ ਰਿਹਾ ਹੈ ਕਿ ਉਹ ਗਾਇਬ ਹੋ ਗਿਆ, ਉਹ ਉਠਾ ਲਿਆ ਗਿਆ। ਏਲੀਆ ਇੱਕ ਆਤਮਾ ਦੇ ਨਾਲ ਚੱਲਦਾ ਹੈ, ਆਤਮਾ ਉਸ ਨੂੰ ਹਿਲਾਉਂਦਾ ਹੈ। ਕਦੇ ਉਹ ਮਤਲਬ ਐਸੇ ਐਸੇ ਕੰਮਾਂ ਨੂੰ ਤੁਸੀਂ ਬਾਈਬਲ ਦੇ ਵਿੱਚ ਦੇਖ ਸਕਦੇ ਹੋ। ਮੈਂ ਆਪਣੇ ਪ੍ਰਚਾਰ ਨੂੰ ਲੰਬਾ ਨਹੀਂ ਕਰਨਾ ਚਾਹੁੰਦਾ। ਬਾਈਬਲ ਦੇ ਵਿੱਚ ਤੁਸੀਂ ਪੜ੍ਹ ਸਕਦੇ ਏਲੀਆ ਨੇ ਕਿਆ ਕਿਆ ਕੰਮ ਕਰੇ। ਲੇਕਿਨ ਇੱਕ ਸਮਾਂ ਐਸਾ ਆਉਂਦਾ ਹੈ ਕਿ ਏਲੀਆ ਉਠਾ ਲਿਆ ਜਾਂਦਾ ਹੈ। ਹਾਲੇਲੂਇਆ। ਜਦ ਵੀ ਪਵਿੱਤਰ ਆਤਮਾ ਕੰਮ ਕਰਦਾ ਹੈ ਤਾਂ ਮੂਵਮੈਂਟ ਹੁੰਦੀ ਹੈ, ਉੱਥੇ ਹਿਲਜੁਲ ਹੁੰਦੀ ਹੈ। ਜਦ ਸ਼ਾਊਲ ਦੇ ਉੱਤੇ ਆਤਮਾ ਉਤਰਿਆ, ਸ਼ਾਊਲ ਭਵਿੱਖਬਾਣੀਆਂ ਕਰਨ ਲੱਗ ਗਿਆ। ਜਦ ਦਾਊਦ ਦੇ ਉੱਤੇ ਆਤਮਾ ਉਤਰਿਆ, ਦਾਊਦ ਨੇ ਸ਼ੇਰਾਂ ਨੂੰ ਵੀ ਫਾੜ ਕੇ ਰੱਖਤਾ। ਜਦ ਸ਼ਿਮਸ਼ੋਨ ਦੇ ਉੱਤੇ ਆਤਮਾ ਉਤਰਿਆ, ਉਸਨੇ ਇੱਕ ਦਮ ਦੇ ਵਿੱਚ ਕਈ ਫਲਿਸ਼ਤੀਆਂ ਨੂੰ ਮਾਰਿਆ ਹੈ। ਜਦ ਸ਼ਿਮਸ਼ੋਨ ਦੇ ਉੱਤੇ ਜਦ ਪਰਮੇਸ਼ਰ ਦਾ ਆਤਮਾ ਉਤਰਿਆ, ਉਸਨੇ ਇੱਕ ਦਮ ਦੇ ਵਿੱਚ ਬਹੁਤ ਬੜੇ ਕੰਮਾਂ ਨੂੰ ਕਰਿਆ ਹੈ। ਜਦ ਹੋਰ ਵੀ ਪ੍ਰਭੂ ਦੇ ਦਾਸਾਂ ਦੇ ਉੱਤੇ ਆਤਮਾ ਜਦ ਉਤਰਦਾ ਸੀਗਾ, ਉਹ ਕਿਆ ਕਰਦੇ ਸੀਗੇ? ਉਹ ਬੜੇ ਕੰਮਾਂ ਨੂੰ ਅੰਜਾਮ ਦਿੰਦੇ ਸੀਗੇ, ਬੜੇ ਕੰਮ ਕਰਦੇ ਸੀਗੇ। ਹਾਲੇਲੂਇਆ ਹਾਲੇਲੂਇਆ। ਅੱਜ ਕਲੀਸਿਆ ਦੇ ਵਿੱਚ
खुशी नहीं है, आनंद नहीं है, बड़ा एक मन तैयार नहीं है परमेश्वर ਦੀ ਹਜ਼ੂਰੀ ਦੇ ਵਿੱਚ। ਉਸ ਦੀ ਵਜ੍ਹਾ क्या है? ਉਸ ਦੀ ਵਜ੍ਹਾ ਇਹੀ ਹੈ ਕਿ ਹਲੇ ਵੀ ਆਤਮਾ ਦੇ ਵਿੱਚ ਇੱਕ ਨਹੀਂ ਹੋਏ, ਆਤਮਾ ਦੇ ਵਿੱਚ ਇੱਕ ਨਹੀਂ ਹੋਏ। ਓਕੇ, ਠੀਕ ਹੈ, ਹੁਣ ਅਸੀਂ ਅੱਗੇ ਚੱਲਦੇ ਹਾਂ। ਇਹ ਪਵਿੱਤਰ ਆਤਮਾ ਦੇ ਨਾਲ ਅਸੀਂ ਭਰੀਏ ਕਿਸ ਤਰੀਕੇ ਦੇ ਨਾਲ? ਤੁਸੀਂ ਸਾਰਿਆਂ ਦਾ ਇੱਕ ਸਵਾਲ ਹੋਏਗਾ, ਅਸੀਂ ਆਤਮਾ ਦੇ ਨਾਲ ਕਿਸ ਤਰੀਕੇ ਦੇ ਨਾਲ ਭਰੀਏ, ਹਨਾ? ਇੱਕ ਪਵਿੱਤਰ ਆਤਮਾ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਭਰੀਏ? ਜਾਣਦੇ ਹੋ ਤੁਸੀਂ ਸਾਰੇ? ਚੇਲੇ ਕਿਸ ਤਰ੍ਹਾਂ ਭਰੇ ਪਵਿੱਤਰ ਆਤਮਾ ਦੇ ਨਾਲ? ਚੇਲਿਆਂ ਦੇ ਉੱਤੇ ਪਵਿੱਤਰ ਆਤਮਾ ਆਇਆ, ਅੱਗ ਦੀ ਨਾਏ, ਅੱਗ ਦੀਆਂ ਜੀਭਾਂ ਫਟੀਆਂ, ਉਹਨਾਂ ਦੀ ਜੀਭਾਂ ਦੇ ਉੱਤੇ ਆ ਕੇ ਠਹਿਰ ਗਈਆਂ। ਉਹ ਅੰਨੇ ਭਾਸ਼ਾ ਦੇ ਬੋਲਣ ਲੱਗ ਪਏ, ਉਹ ਬਹੁਤ ਕੁਝ ਕਰਨ ਲੱਗ ਪਏ। ਉਹਨਾਂ ਨੇ ਲੰਗੜੇ ਚਲਾਏ, ਉਹਨਾਂ ਦੇ ਪਰਛਾਵਿਆਂ ਨਾਲ ਲੋਕ ਚੰਗੇ ਹੋਣ ਲੱਗ ਗਏ। ਉਹਨਾਂ ਦੇ ਕੱਪੜੇ ਨੂੰ ਕੱਪੜਾ ਛੂ ਕੇ ਬਿਮਾਰਾਂ ਦੇ ਉੱਤੇ ਪਾਉਣ ਨਾਲ ਲੋਕ ਚੰਗੇ ਹੋਣ ਲੱਗ ਗਏ। ਉਹਨਾਂ ਦੇ ਹੱਥ ਰੱਖਣ ਦੇ ਨਾਲ ਲੋਕ ਆਤਮਾ ਪਾਉਣ ਲੱਗ ਗਏ। ਉਹਨਾਂ ਦੇ ਹੱਥ ਰੱਖਣ ਦੇ ਨਾਲ ਲੋਕ ਵਰਦਾਨ ਪਾਉਣ ਲੱਗ ਗਏ। ਉਹਨਾਂ ਦੇ ਹੱਥ ਰੱਖਣ ਦੇ ਨਾਲ ਲੋਕਾਂ ਨੂੰ ਸੇਵਕਾਈਆਂ ਦੇ ਵਿੱਚ ਭੇਜਣ ਲੱਗ ਗਏ। ਉਹਨਾਂ ਦੇ ਹੱਥ ਰੱਖਣ ਦੇ ਨਾਲ ਲੋਕ ਬੁਲੰਦੀ ਨਾਲ ਬੋਲਣ ਲੱਗ ਗਏ। ਕਿਆ ਨਹੀਂ ਹੋਇਆ? ਹੋਇਆ ਕਿਸ ਤਰ੍ਹਾਂ? ਆਤਮਾ ਕਿਸ ਤਰ੍ਹਾਂ ਉਤਰਿਆ ਉਹਨਾਂ ਦੇ ਉੱਤੇ? ਆਤਮਾ ਕਿਸ ਤਰ੍ਹਾਂ ਉਤਰਿਆ ਉਹਨਾਂ ਦੇ ਉੱਤੇ? ਕਿਆ ਕਰਿਆ ਉਹਨਾਂ ਨੇ ਕਿ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ? ਅੱਜ ਸਾਨੂੰ ਪਵਿੱਤਰ ਆਤਮਾ ਦੀ ਲੋੜ ਹੈਗੀ ਆ, ਮੈਂ ਦੱਸ ਕੇ ਹਟਿਆ ਹੁਣੇ। ਹਾਲੇਲੂਇਆ। ਕਿਆ ਕਰੀਏ ਪਵਿੱਤਰ ਆਤਮਾ ਨੂੰ ਪਾਉਣ ਦੇ ਲਈ? ਸਭ ਤੋਂ ਪਹਿਲੀ ਗੱਲ, ਅਗਰ ਤੁਸੀਂ ਪਵਿੱਤਰ ਆਤਮਾ ਨੂੰ ਚਾਹੁੰਦੇ ਆ ਤਾਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਯਹੂਨਾ ਰਚਿਤ ਸੁਸਮਾਚਾਰ 14 ਅਧਿਆਇ ਉਸ ਦੀ 23 ਆਇਤ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ। ਮੈਂ ਸਾਰੇ ਵਚਨ ਲਿਖੇ ਹੋਏ ਆ, ਕਿਉਂ ਨਾ ਮੈਂ ਪੜ੍ਹ ਦੇਵਾਂ ਤੁਹਾਡੇ ਵਾਸਤੇ। ਹਾਲੇਲੂਇਆ। 14 ਅਧਿਆਇ ਉਸ ਦੀ 23 ਆਇਤ ਦੇ ਵਿੱਚ ਲਿਖਿਆ ਹੋਇਆ, ਧਿਆਨ ਦੇ ਨਾਲ ਸੁਣੋ। यीशु ने उसको उत्तर दिया, यदि कोई मुझसे प्रेम रखेगा तो वह मेरे वचन को मानेगा। वह मेरे वचन को, यानी कि उसकी आज्ञा ਨੂੰ ਮੰਨੇਗਾ। ਅੱਗੇ क्या लिखा है? और मेरा पिता उससे प्रेम रखेगा और मेरा पिता उससे। हुण अगली आयत नूं सुनो ध्यान दे नाल। हम उसके पास आएंगे। क्या लिखा हुआ? हम उसके और उसके साथ और उसके साथ और उसके साथ, सब जोर नाल बोलो, उसके साथ। यही तो है पवित्र आत्मा जो साडे नाल वास करदा है जेकर असीं उसदी आग्यावां नूं मनदे हां। हालेलुया। अगर उसदी आग्यावां नूं असीं मनदे हां तां ही वो साडे नाल वास करेगा। हालेलुया। चेलियां नूं क्या कहा प्रभु यीशु मसीह ने? जब तक मैं नहीं जाता पवित्र आत्मा नहीं आएगा। लेकिन एक गल का बहुत ध्यान रखियो, यरूशलेम नूं छड्ड के ना जाओ। क्या कहा उत्थे? यरूशलेम नूं छड्ड के, यरूशलेम नूं छड्ड के। हुण पता नहीं किन्ने उन्हां दे छड्ड के गए, किन्ने नहीं गए, लेकिन उपरोधी कोठरी दे विच सिर्फ 120 लोग सीगे जिन्हां दे उत्ते पवित्र आत्मा उतरिया। यीशु मसीह दे नाल किन्ने लोग चलदे सीगे? हज़ारां दी भीड़ चलदी सीगी। 17 ਨੂੰ ਤਾਂ ਉਸਨੇ ਸੇਵਕਾਈ ਦੇ ਲਈ ਭੇਜਿਆ ਸੀਗਾ। हालेलुया। और जब यीशु मसीह ऊपर उठाया गया उस समय भी बहुत लोग सीगे। लेकिन मेरी एक गल ध्यान दे नाल सुनो, उत्थे सिर्फ 120 लोग मिले। उसका मतलब यह सीगा कि आज्ञा मनण वाले 120 ही सीगे। आज्ञा मनण वाले, मैं पिछले हफ्ते जो प्रचार करिया वो ये सीगा कि आज्ञा मनो, आज्ञा मनो, आज्ञा मनो। मेरे प्रियो, आज्ञा मनना इसलिए जरूरी है कि आज्ञा साडे लई ब्लैसिंग लेके आंदी है। और उन्हां दे विचों एक जिहड़ी सब तो प्रमुख ब्लैसिंग है, प्रमुख आशीष है, वो ये भी है कि जद असीं परमेश्वर दी आज्ञा नूं मनदे हां तां पवित्र आत्मा आउंदा है। हालेलुया, 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 हालेलुया। पवित्र आत्मा नूं तुसी चाहते होंगे कि पवित्र आत्मा मेरे नाल होवे।
ਤੁਸੀਂ ਚਾਹੁੰਦੇ ਆ ਕਿ ਪਵਿੱਤਰ ਆਤਮਾ ਸਾਡੇ ਨਾਲ ਵਾਸ ਕਰੇ। ਤੁਸੀਂ ਚਾਹੁੰਦੇ ਆ, ਸਾਰੇ ਚਾਹੁੰਦੇ ਆ, ਮੈਂ ਵੀ ਚਾਹੁੰਦਾ ਹਾਂ ਕਿ ਪਵਿੱਤਰ ਆਤਮਾ ਮੇਰੇ ਤੋਂ, ਅੱਜ ਕੱਲ੍ਹ ਤਾਂ ਮੇਰੀ ਪ੍ਰਾਰਥਨਾ ਦੇ ਵਿੱਚ ਮੈਂ ਬਾਰ-ਬਾਰ ਇਹੀ ਗੱਲ ਬੋਲਦਾ ਰਹਿੰਦਾ, ਉਹ ਪਵਿੱਤਰ ਆਤਮਾ ਮੇਰੇ ਤੋਂ ਅਲੱਗ ਨਾ ਹੋਈ। ਅਗਰ ਮੈਂ ਕੋਈ ਐਸਾ ਕੰਮ ਕਰਦਾ ਕਿ ਮੈਂ ਤੁਹਾਨੂੰ ਸ਼ੋਕਿਤ ਕਰਦਾ ਤਾਂ ਮੈਨੂੰ ਮਾਫ ਕਰੀ, ਲੇਕਿਨ ਮੈਂ ਕੋਈ ਐਸਾ ਕੰਮ ਹੁਣ ਤੋਂ ਨਹੀਂ ਕਰੂੰਗਾ ਕਿ ਮੈਂ ਤੈਨੂੰ ਸ਼ੋਕਿਤ ਕਰਾਂ। ਮੈਂ ਆਪਣੀ ਅੱਖਾਂ ਦੇ ਉੱਤੇ ਧਿਆਨ ਰੱਖੂੰਗਾ, ਮੈਂ ਆਪਣੇ ਕੰਨਾਂ ਦੇ ਉੱਤੇ ਧਿਆਨ ਰੱਖੂੰਗਾ, ਮੈਂ ਆਪਣੇ ਬੋਲ ਦੇ ਉੱਤੇ ਵੀ ਧਿਆਨ ਰੱਖੂੰਗਾ, ਮੈਂ ਆਪਣੇ ਚੱਲਣੇ ਦੇ ਉੱਤੇ ਵੀ ਧਿਆਨ ਰੱਖੂੰਗਾ। ਮੈਂ ਬੋਲਦਾ ਹਾਂ, ਪਰ ਇਨਸਾਨੀ ਰੂਪ ਦੇ ਵਿੱਚ ਜਦ ਅਸੀਂ ਚੱਲਦੇ ਹਾਂ ਬਹੁਤ ਕੁਝ ਕਰ ਬੈਠਦੇ ਹਾਂ, ਲੇਕਿਨ ਉਹਨਾਂ ਦੇ ਲਈ ਮਾਫੀ ਮੰਗੋ, ਬਾਰ-ਬਾਰ ਪਛਤਾਪ ਕਰੋ ਉਸ ਚੀਜ਼ ਦਾ, ਉਸ ਨੂੰ ਨਾ ਕਰੋ ਕਿ ਮੈਂ ਨਹੀਂ ਕਰਨਾ ਇਹ ਕੰਮ। ਹਾਲੇਲੂਇਆ। ਪਵਿੱਤਰ ਆਤਮਾ ਤੁਹਾਡੇ ਅੰਦਰ ਵਾਸ ਕਰੇਗਾ, ਉਸ ਦਾ ਵਾਅਦਾ ਹੈ, ਉਹ ਆਏਗਾ, ਲੇਕਿਨ ਪਹਿਲਾਂ, ਸਭ ਤੋਂ ਪਹਿਲਾਂ ਕੀ ਕਰਨਾ ਪੈਣਾ? ਉਸ ਦੀ ਆਗਿਆਵਾਂ ਨੂੰ ਮੰਨਣਾ ਪੈਣਾ, ਉਸ ਦੀ ਆਗਿਆ ਦਾ ਪਾਲਣ, ਆਗਿਆਕਾਰੀ ਹੋਣਾ ਪੈਣਾ ਹੈ। ਹਾਲੇਲੂਇਆ। ਸਾਨੂੰ ਸਾਰਿਆਂ ਨੂੰ ਹੀ ਆਗਿਆਕਾਰੀ ਹੋਣਾ ਪੈਣਾ ਹੈ। ਹਾਲੇਲੂਇਆ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ, ਅਗਰ ਤੁਸੀਂ ਵੀ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਗੱਲ ਕਹਿਣ ਕਿ ਮੇਰੇ ਅੰਦਰ ਪਵਿੱਤਰ ਆਤਮਾ ਹੈ, ਮੇਰੇ ਅੰਦਰ ਪਰਮੇਸ਼ਰ ਵਾਸ ਕਰਦਾ ਹੈ, ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਅਗਰ 7 ਕੰਮ ਉਹਨਾਂ ਦੇ ਜੀਵਨ ਦੇ ਵਿੱਚ ਹੈਗੇ ਆ ਤਾਂ ਵਾਕਈ ਹੀ ਤੁਸੀਂ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਆ। ਵਾਕਈ ਤੁਹਾਨੂੰ ਪਵਿੱਤਰ ਆਤਮਾ ਹਿਲਾਉਂਦਾ ਹੈ, ਵਾਕਈ ਤੁਹਾਡੇ ਅੰਦਰ ਪਵਿੱਤਰ ਆਤਮਾ ਕੰਮ ਕਰਦਾ। ਹਾਲੇਲੂਇਆ। ਹਾਲੇਲੂਇਆ। ਜਦ ਪਵਿੱਤਰ ਆਤਮਾ ਆਂਦਾ ਹੈ ਤਾਂ 7 ਕੰਮ ਹੋਣੇ ਬਹੁਤ ਜ਼ਰੂਰੀ ਹੈ। ਉਹਨਾਂ 7 ਕੰਮਾਂ ਦੇ ਬਾਰੇ ਅੱਜ ਮੈਂ ਤੁਹਾਡੇ ਨੂੰ ਦੱਸਣਾ ਚਾਹੁੰਦਾ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਹੈ, ਸਭ ਤੋਂ ਪਹਿਲੀ ਗੱਲ ਜੋ ਕਿ ਅਸੀਂ ਦੇਖਦੇ ਹਾਂ ਕਿ ਜਦ ਪਵਿੱਤਰ ਆਤਮਾ ਉਤਰਦਾ ਹੈ, ਯਹੂਨਾ ਰਚੇ ਸੁਸਮਾਚਾਰ 16 ਅਧਿਆਏ ਉਸਦੀ 8 ਆਇਤ ਦੇ ਵਿੱਚ ਦੇਖੋਗੇ, ਉੱਥੇ ਕਿਆ ਲਿਖਿਆ ਹੋਇਆ ਹੈ। ਯਹੂਨਾ ਰਚੇ ਸੁਸਮਾਚਾਰ 16 ਅਧਿਆਏ ਉਸਦੀ 8 ਆਇਤ ਦੇ ਵਿੱਚ प्रभु यीशु मसीह कहता कि जब पवित्र आत्मा आएगा वह संसार को पाप और धार्मिकता और न्याय के विषय में निरुत्तर करेगा। पवित्र आत्मा जब आएगा तो क्या करेगा? पाप दे विषय च, धार्मिकता दे विषय दे विच और न्याय दे विषय दे विच क्या करेगा? निरुत्तर। क्या करेगा? निरुत्तर। सब बोलो निरुत्तर। हालेलुया। जद पवित्र आत्मा उतरेगा वो निरुत्तर करेगा लोगों को, यानी कि ਜਿਹੜੇ खोए हुए हैं ਉਹਨਾਂ ਨੂੰ ਲੱਭੇਗਾ। ਲੇਕਿਨ ਮੇਰੀ ਇੱਕ ਗੱਲ ਧਿਆਨ ਦੇ ਨਾਲ ਸੁਣੋ, ਪਵਿੱਤਰ ਆਤਮਾ ਜਦ ਉਤਰੇਗਾ ਉਹ ਲੋਕਾਂ ਨੂੰ ਪਾਪ ਦੇ, ਧਾਰਮਿਕਤਾ ਦੇ ਵੱਲ ਤੋਂ, ਨਿਆਂ ਤੋਂ ਨਿਰੁੱਤਰ ਕਰੇਗਾ। ਅਗਰ ਤੁਸੀਂ ਪਵਿੱਤਰ ਆਤਮਾ ਦੇ ਵਿੱਚ ਭਰੇ ਹੋਏ ਲੋਕ ਹੈ, ਅਗਰ ਸਾਮਰਥ ਦੇ ਵਿੱਚ ਭਰੇ ਹੋਏ ਲੋਕ ਹੈ, ਤਾਂ ਤੁਹਾਡੀ ਜ਼ੁਬਾਨਾਂ, ਤੁਹਾਡੇ ਕੰਮ, ਤੁਹਾਡੇ ਐਕਸ਼ਨ ਪ੍ਰਭੂ ਯੀਸ਼ੂ ਵਰਗੇ ਹੋਣੇ ਚਾਹੀਦੇ ਆ। ਤੁਹਾਡੇ ਐਕਸ਼ਨ, ਤੁਹਾਡੇ ਕੰਮ ਪ੍ਰਭੂ ਯੀਸ਼ੂ ਵਰਗੇ ਹੋਣੇ ਚਾਹੀਦੇ ਆ। ਅਗਰ ਤੁਹਾਡੇ ਕੰਮ ਪ੍ਰਭੂ ਯੀਸ਼ੂ ਮਸੀਹ ਆਪਣੀ ਸੇਵਕਾਈ ਕਰਦਾ ਰਿਹਾ, ਲੇਕਿਨ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਗੱਲ ਲਿਖਿਆ ਹੋਇਆ, ਜਦ ਵੀ ਸਬਤ ਦਾ ਦਿਨ ਆਉਂਦਾ ਸੀਗਾ ਉਹ ਆਰਾਧਨਾਲय ਦੇ ਵਿੱਚ ਜਾਂਦਾ ਸੀਗਾ ਆਰਾਧਨਾ ਕਰਨ ਦੇ ਲਈ। ਉਹ ਸਬਤ ਦਾ ਦਿਨ ਕਦੇ ਵੀ ਘਰ ਬੈਠ ਕੇ ਨਹੀਂ ਸੀ ਕੱਟਦਾ। ਉਹ ਚਰਚ ਦਾ ਦਿਨ ਕਦੇ ਵੀ ਘਰ ਬੈਠ ਕੇ ਨਹੀਂ ਸੀ ਕੱਟਦਾ। ਉਹ ਕਿੱਥੇ ਜਾਂਦਾ ਸੀਗਾ? ਕਿੱਥੇ ਜਾਂਦਾ ਸੀਗਾ? ਹਾਲੇਲੂਇਆ। ਇਹ ਪਵਿੱਤਰ ਆਤਮਾ ਦੇ ਕੰਮ ਹੈ, ਇਹੀ ਹੈ ਪਵਿੱਤਰ ਆਤਮਾ ਦੇ ਕੰਮ। ਅਗਰ ਅੱਜ ਵੀ ਤੁਸੀਂ ਕਹਿੰਦੇ ਕਿ ਨਹੀਂ 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 ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਕੁਛ ਨਹੀਂ, ਕੋਈ ਫਰਕ ਨਹੀਂ ਪੈਂਦਾ, ਨਹੀਂ ਪੈਂਦਾ ਕੋਈ ਫਰਕ, ਸੱਚੀ ਗੱਲ ਹੈ। ਨਾ ਦੋ ਦਸ਼ਵਾਂਸ਼, ਕੋਈ ਫਰਕ ਨਹੀਂ ਪੈਂਦਾ। क्या हो जाएगा अगर दशवांश नहीं दोगे? परमेश्वर दा निरादर करोगे। अगर दशवांश नहीं दोगे, परमेश्वर दा निरादर करोगे, उसकी बेइज्जती करोगे, और क्या हो जाएगा? और बाकी तो परमेश्वर आपे देख लेगा कि तुसी दिया नहीं है तो उसके रिजल्ट क्या निकले। हालेलुया। हालेलुया। दूसरी गल, जदों पवित्र आत्मा उतरदा है तो क्या हुंदा है? बीमार चंगे होंदे हैं। जदों पवित्र आत्मा उतरदा है तो क्या हुंदा है? जदों पवित्र आत्मा उतरदा है तो बीमार, जदों पवित्र आत्मा उतरदा है तो बीमार क्या होंदे हैं? बीमार क्या होंदे हैं? हालेलुया। प्रेरितों दे काम 10 अध्याय उसकी 38 आयत मैं पढ़ूंगा थोड़े सामने। क्या लिखा होया? कहते कि परमेश्वर ने किस रीति से यीशु नासरी को पवित्र आत्मा और सामर्थ से अभिषेक किया। वह भलाई करता और सबको जो शैतान के सताए हुए थे अच्छा करता फिरा,
क्योंकि परमेश्वर उसके साथ था। परमेश्वर उसदे यानी कि जद पवित्र आत्मा उसदे नाल हुंदा है तां क्या हुंदा है? लोक चंगे हुंदे हैं, बंधन टुट जाते हैं जद पवित्र आत्मा उतरदा। अगर तुहाडे उत्ते पवित्र आत्मा उतर रहे हैं, तुहाडे तां बंधन टुट चुके हैं, तुहाडे द्वारा होरां दे भी बंधन टुटने हैं। हालेलुया। मेरे अंदर बहुत सारी चीज़ां जो मैं तुहानूं दसना चाहता, लेकिन समा बहुत घट है। मैं चाहूँगा फटाफट मैं इसनूं कवर करा। मत्ती रची सुसमाचार 12 अध्याय उसकी 28 आयत दे विच जिहड़ी गल लिखी हुई है, मैं वो भी पढ़ के सुना देनी चाहना। उत्थे क्या लिखा होया? कहता, पर यदि मैं परमेश्वर के आत्मा की सहायता से दुष्ट आत्मा को निकालता हूं तो परमेश्वर का राज्य तुम्हारे पास आ पहुंचा है। शैताना तो छुटकारा मिलता है। तीसरी गल क्या है? शैतान तो क्या मिलता? प्रभु यीशु मसीह ने करे। मैं किसकी सहायता तो करता है? पवित्र आत्मा। हालेलुया। यूहन्ना 16 अध्याय उसकी 14 आयत दे विच एक गल लिखी हुई है कि जब पवित्र आत्मा आंदा है, जदों पवित्र आत्मा आंदा है थोड़े जीवना दे विच, उस टाइम क्या हुंदा है? परमेश्वर खुदावंद यीशु, मेरी गल ध्यान दे नाल सुनो, प्रभु यीशु नूं महिमा मिलती है। प्रभु यीशु नूं क्या मिलती है? प्रभु यीशु नूं क्या मिलती है? प्रभु यीशु नूं क्या मिलती है? किस तरह महिमा मिलती है? जद पवित्र आत्मा हुंदा है। हालेलुया। पवित्र आत्मा के द्वारा परमेश्वर नूं महिमा मिलती है। तीसरी गल, पवित्रताई जो है, जब पवित्र आत्मा उतरदा उस समय क्या हुंदा है? लोकां दे विच पवित्रताई दी बढ़ोतरी हुंदी है। किस चीज़ दी बढ़ोतरी हुंदी है? पवित्रताई दी बढ़ोतरी हुंदी है। लोग पवित्र हुंदे हैं। लोग क्या हुंदे हैं? पवित्र हुंदे हैं। हालेलुया। अगर मैं कहा कि किसी भी इंसान नूं कोई इंसान सुधारने की कोशिश करे, बिच विचाले है, 50-50 है। जे मनने वाला होया तो सुधर जाएगा, जे नहीं मनने वाला होया जिन्ना मर्जी जोर ला लो सुधरने वाला है नहीं। समझ आ गया? लेकिन मैं आत्मा दे ऐसे सामर्थ नूं भी देखा कि लोकां ने कई साल पुरानी दारू छड्डी है, कई साल पुराने नशे छड्डे हैं, बुराइयां छड्डियां, गंदे काम छड्डे हैं। वो किस तरह होया? पवित्र आत्मा नाल। हालेलुया। समझ लो, जेड़े कहंदे कि असीं पवित्र आत्मा दे विच हैं और जेड़े चाहते कि पवित्र आत्मा दे विच होने चाहते हैं। हालेलुया। छेवीं गल है, जद पवित्र आत्मा उतरदा है तां तुहाडे अंदर गिफ्ट, उसदे जो वरदान है वो फिरदे हैं, वो घूमते हैं, थोड़े अंदर वो हिलते हैं, थोड़े अंदर वो फिर एक कीड़े वांगू काम करते कि वो बाहर आने ही आने हैं, किसी भी समय आ सकते हैं। हालेलुया। फिर तुसी उन्हां गिफ्टां दा इस्तेमाल करे बगैर रह नहीं सकते। चाहे तुसी सेवा दे विच जाओ, चाहे भांडे मांजो, चाहे इत्थे सफाई करो, चाहे इत्थे खड़ के प्रवचन करो, चाहे इत्थे खड़ के आराधना करो, गिफ्ट वरदान मिलते हैं जब पवित्र आत्मा उतरता है। पंजवीं गल लिखी हुई है, सुसमाचार नूं प्रायोरिटी दिंदा है पवित्र आत्मा। जब चेलियां दे उत्ते पवित्र आत्मा उतरिया, उन्होंने क्या करया? सुसमाचार प्रचार करया, लोकां नूं प्रभु यीशु मसीह दे बारे दस्सिया। अज साडे वास्ते ये सब तो बड़ी जो आग्या यही है कि सुसमाचार प्रभु यीशु मसीह दा प्रचार करना, यीशु मसीह दे बारे लोकां नूं दसना। अज साडी ये सब तो बड़ी जो आग्या है, ये मननी है। ये किस तरह पूरी होएगी? अगर तुहाडे अंदर भय दा आत्मा है, तुसीं नहीं कर पाओगे। लेकिन पवित्र आत्मा कहता है, परमेश्वर दा आत्मा कहता है, वचन लिखदा है, कहता कि तुहानूं भय दा नहीं बल्कि जय दा, हालेलुया, आत्मा मिलिया है, नीडर आत्मा मिलिया है, परमेश्वर दा स्थिर आत्मा मिलिया है, सामर्थ वाला आत्मा मिलिया है, शक्तिशाली आत्मा मिलिया है। हालेलुया। और इस वजह दे करके सानू सारियां नू जद असीं आत्मा दे विच परिपूर्ण होंदे हैं, क्या करना चाहिए है? सुसमाचार प्रचार करना चाहिए है। हालेलुया। मैं जिस तरह पहला दस्सिया सीगा कि पवित्र आत्मा किस तरीके दे नाल उतरिया, जदों एक मन होके
ਪ੍ਰਾਰਥਨਾ ਕਰਨ ਲੱਗੇ। ਸਭ ਤੋਂ ਪਹਿਲਾਂ ਉਹਨਾਂ ਨੇ ਆਗਿਆ ਮੰਨੀ ਔਰ ਇੱਕ ਮਨ ਹੋ ਕੇ ਮੰਗਣ ਲੱਗੇ, ਪ੍ਰਭੂ ਜੀ ਆਪਣੀ ਸਾਮਰਥ ਨੂੰ ਭੇਜੋ। ਉਹਨਾਂ ਨੇ ਕਿਆ ਕਰਿਆ? ਪ੍ਰਾਰਥਨਾ ਕਿਆ ਕਰੀ? ਪ੍ਰਭੂ ਜੀ ਆਪਣੀ ਸਾਮਰਥ ਨੂੰ। ਅੱਜ ਸਾਡੇ ਜੀਵਨ ਦੇ ਵਿੱਚ ਵੀ ਅਗਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ ਸਾਮਰਥ ਨੂੰ ਭੇਜੇ ਤਾਂ ਸਾਨੂੰ ਇੱਕ ਮਨ ਹੋ ਕੇ ਪ੍ਰਾਰਥਨਾ ਕਰਨੀ ਪੈਣੀ ਹੈ। ਹਾਲੇਲੂਇਆ। ਸਾਨੂੰ ਇੱਕ ਮਨ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਆਓ ਅਸੀਂ ਸਾਰੇ ਆਪਣੇ ਅੱਖਾਂ ਨੂੰ ਬੰਦ ਕਰੀਏ ਔਰ ਉਸ ਪ੍ਰਾਰਥਨਾ ਦੇ ਵਿੱਚ ਚੱਲੀਏ।